ਹੁਣ ਬਹੁਤ ਹੀ ਸਤਿਕਾਰਯੋਗ ਭਾਈ ਜੋਰਾ ਸਿੰਘ ਜੀ ਕੂਮ ਕਲਾਂ ਵਾਲੇ 10 ਮਿੰਟਾਂ ਲਈ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਮਹਾਂਪੁਰਖਾਂ ਵੱਲੋਂ ਜਿੰਨੇ ਵੀ ਜਥੇ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸੰਗਤਾਂ ਦਾ ਵੀ ਧੰਨਵਾਦ ਜਿਹੜੀਆਂ ਸੰਗਤਾਂ ਅਸਥਾਨ 'ਤੇ ਪਹੁੰਚੀਆਂ ਨੇ। ਸਤਿਗੁਰਾਂ ਦੇ ਦਰਬਾਰ 'ਚ ਪਹੁੰਚ ਕੇ ਆਏ ਹੋਏ ਜਥਿਆਂ ਪਾਸੋਂ ਲਾਹੇ ਪ੍ਰਾਪਤ ਕਰੋ ਜੀ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਜੋਰਾ ਸਿੰਘ ਜੀ ਕੂਮ ਕਲਾਂ ਵਾਲੇ 10 ਮਿੰਟਾਂ ਲਈ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आओ सतगुरां दी अपार कृपा अपार बख्शिश होई आप सब संगत ते। ਜਿਹੜੇ ਕਿ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਬੈਠ ਕਰਕੇ ਸਤਿਗੁਰਾਂ ਦਾ ਹਰੀ ਜਸ ਕੀਰਤਨ ਸਰਵਣ ਕਰ ਰਹੇ ਹੋ। ਮਹਾਂਪੁਰਸ਼ਾਂ ਦੀ ਯਾਦ ਅੰਦਰ ਆਪਾਂ ਅੱਜ ਜੁੜ ਬੈਠੇ ਹਾਂ, ਕਿਉਂਕਿ ਮਹਾਂਪੁਰਸ਼ਾਂ ਦਾ ਮਤਲਬ ਕੀ ਹੈ ਵੀ ਕਿਉਂ ਉਹਨਾਂ ਨੂੰ ਮਹਾਂਪੁਰਸ਼ ਕਿਹਾ ਜਾਂਦਾ ਹੈ, ਕਿਉਂ ਆਪਾਂ ਉਹਨਾਂ ਦੇ ਚਰਨਾਂ ਦੇ ਨਾਲ ਲੱਗ ਕੇ ਜੁੜ ਸਕਦੇ ਹਾਂ, ਕਿਉਂ ਗੁਰਬਾਣੀ ਵਾਰ-ਵਾਰ ਆਖਦੀ ਹੈ ਵੀ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਮਨ ਕਾ ਇਹ ਸਵਾਉ ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕਿਉਂ ਗੁਰਬਾਣੀ ਇਹ ਗੱਲ ਆਖਦੀ ਹੈ? ਪਿਆਰਿਓ, ਆਪੋ ਦੁਨਿਆਵੀ ਜੋ ਮਨੁੱਖ ਹਾਂ, ਆਪਣੇ ਵਿੱਚ ਅਤੇ ਮਹਾਂਪੁਰਸ਼ਾਂ ਵਿੱਚ ਕਿਉਂ ਫਰਕ ਹੈ? ਕਿਉਂ ਗੁਰਬਾਣੀ ਉਹਨਾਂ ਨੂੰ ਧੰਨ ਆਖਦੀ ਹੈ? ਕਿਉਂਕਿ ਜ਼ਿਆਦਾਤਰ ਆਪਾਂ ਦੇਖਦੇ ਹਾਂ ਨਾ, ਮਹਾਂਪੁਰਸ਼ਾਂ ਦੇ ਦਰਸ਼ਨ ਕਰੀਦੇ ਨੇ, ਬਹੁਤਾ ਨਹੀਂ ਬੋਲਦੇ। ਕਿਉਂਕਿ ਗੁਰਬਾਣੀ ਨੇ ਵੀ ਆਖਿਆ ਨਾ, ਬਹੁਤਾ ਬੋਲਣ ਚੱਖਣ ਹੋਏ। ਵੀ ਜ਼ਿਆਦਾਤਰ ਮਹਾਂਪੁਰਸ਼ ਨੇ ਜਿਹੜੇ ਜਿਸ ਵੇਲੇ ਉਸ ਮਾਲਕ ਦੀ ਯਾਦ ਅੰਦਰ ਬੈਠਦੇ ਆ ਨਾ, ਤੇ ਉਹ ਬੈਠ ਕੇ ਤਪ ਕਰਕੇ ਉਸ ਅਕਾਲ ਪੁਰਖ ਦੀ ਯਾਦ ਅੰਦਰ ਉਹ ਖਜ਼ਾਨਾ ਜਿਹੜਾ ਜਮ੍ਹਾਂ ਕਰਦੇ ਨੇ। ਖਜ਼ਾਨਾ ਜਮ੍ਹਾਂ ਜਿਸ ਵੇਲੇ ਹੁੰਦਾ ਹੈ ਤੇ ਹੌਲੀ ਹੌਲੀ ਇਹੋ ਜਿਹੀ ਅਸਥਿਤੀ ਬਣ ਜਾਂਦੀ ਹੈ ਤੇ ਇੱਕ ਮਹਾਂਪੁਰਸ਼ ਬਣ ਜਾਂਦੇ ਨੇ। ਕਿਉਂਕਿ ਇਸ ਦੁਨੀਆ ਤੇ ਉਹਨਾਂ ਨੇ ਫਿਰ ਜਪਿਆ ਨਾ, ਤੇ ਉਹ ਗਵਾਉਂਦੇ ਨਹੀਂ। ਜਿਹੜੇ ਆਪਾਂ ਦੁਨਿਆਵੀ ਲੋਕਾਂ ਜਪਿਆ ਹੁੰਦਾ ਹੈ ਆਪਣਾ, ਕਿਉਂਕਿ ਜਿਸ ਵੇਲੇ ਭਾਵੇਂ ਨਿਤਨੇਮ ਕਰਨ ਬੈਠਦੇ ਹਾਂ ਤੇ ਥਾਂ ਥਾਂ ਤੇ ਜਾ ਕੇ ਆਖਦੇ ਹਾਂ ਵੀ ਅਸੀਂ ਇਤਨਾ ਨਿਤਨੇਮ ਕੀਤਾ। ਸਤ ਸੰਗਤ ਕਰਦੇ ਆ ਨਾ, ਥਾਂ ਥਾਂ ਤੇ ਦੱਸਦੇ ਆ, ਉਹ ਵਾਸ਼ਨਾ ਨਾਲ ਹੀ ਲੈ ਜਾਂਦੇ ਆ। ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਆ ਕੇ ਜਿਹੜਾ ਜਪਣਾ ਸੀ ਉਹ ਪ੍ਰਫੁੱਲਤ ਹੋਣਾ ਸੀ, ਕਿਉਂਕਿ ਜਪਿਆ ਹੋਇਆ ਇਸ ਦਰਬਾਰ ਅੰਦਰ ਹੀ ਛੱਡ ਕੇ ਜਾਣਾ ਸੀ। ਇਸ ਦਰਬਾਰ ਅੰਦਰ ਹੀ ਛੱਡ ਕੇ ਜਾਣਾ ਸੀ। ਜ਼ਿਆਦਾਤਰ ਆਪਣੀ ਜਿਹੜੀ ਅਸਥਿਤੀ ਹੈ, ਜਪ ਕੇ ਇਸ ਦਰਬਾਰ ਅੰਦਰ ਆਪਾਂ ਨਾਲ ਹੀ ਲੈ ਜਾਂਦੇ ਆ। ਫਿਰ ਥਾਂ ਥਾਂ ਤੇ ਲੋਕਾਂ ਨੂੰ ਦੱਸਦੇ ਫਿਰਦੇ ਆ, ਅਸੀਂ ਇੰਨਾ ਨਿਤਨੇਮ ਕਰ ਦਿੱਤਾ, ਸਤ ਸੰਗਤ ਅਸੀਂ ਕਰਦੇ ਆ। ਤੇ ਦੱਸ ਕੇ ਉਹ ਜਿਹੜਾ ਜਪਿਆ ਹੋਇਆ ਸੀ ਉਹ ਇਉਂ ਲਾ ਲਓ ਵੀ ਜਿਉਂ-ਜਿਉਂ ਸਵਾਸ ਆਪਣੇ ਬੀਤਦੇ ਨੇ ਨਾ, ਉਹ ਨਾਲ ਪੂੰਜੀ ਜਿਹੜੀ ਖਤਮ ਹੋਈ ਜਾਂਦੀ ਹੈ। ਤੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਦੀ ਅਸਥਿਤੀ ਇਹੋ ਜਿਹੀ ਹੁੰਦੀ ਹੈ, ਬਹੁਤੀ ਗੱਲਬਾਤ ਨਹੀਂ ਜੇ ਕਰਦੇ। ਕਿਉਂਕਿ ਬਹੁਤਾ ਇਉਂ ਲਾ ਲਓ ਵੀ ਜਿੱਥੇ ਕਿਤੇ ਲੋੜ ਹੈ ਉੱਥੇ ਹੀ ਉਹਨਾਂ ਨੇ ਬਾਤ ਕਰਨੀ ਆ, ਜਿੱਥੇ ਨਹੀਂ ਲੋੜ ਉੱਥੇ ਨਹੀਂ ਗੱਲ ਕਰਨੀ। ਤੇ ਆਪਾਂ ਤੇ ਥਾਂ ਥਾਂ ਤੇ ਜਥੇਬੰਦੀਆਂ ਬਣਾ ਕੇ ਬਹਿ ਜਾਂਦੇ ਆ, ਥਾਂ ਥਾਂ ਤੇ ਲੜਾਈ ਝਗੜਿਆਂ ਵਿੱਚ ਸ਼ਾਮਿਲ ਹੁੰਦੇ ਆ। ਉਹ ਫਲਾਣਾ ਕਹਿੰਦਾ ਮੈਂ ਹੀ ਸਭ ਕੁਛ ਹਾਂ, ਉਹ ਕਹਿੰਦਾ ਮੈਂ ਸਭ ਕੁਛ ਹਾਂ। ਐਵੇਂ ਜਪਿਆ ਹੋਇਆ ਆਪਣਾ ਨਾਮ ਕੀਤਾ ਹੋਇਆ ਨਿਤਨੇਮ ਆਪਣਾ ਵਿਅਰਥ ਚਲਾ ਜਾਂਦਾ ਹੈ। ਫਿਰ ਸਵਾਸਾਂ ਦੇ ਹਿਸਾਬ ਦੇ ਨਾਲ ਉਹਦਾ ਹਿਸਾਬ ਹੁੰਦਾ ਹੈ। ਤਾਂ ਕਰਕੇ ਆਓ ਮੈਂ ਸ਼ਬਦ ਦੀ ਹਾਜ਼ਰੀ ਭਰਾਂਗਾ, ਸਾਰੀ ਸੰਗਤ ਨਾਲ ਹੋ ਕੇ ਬੋਲੇ। ਵਾਹੇ ਸਤਨਾਮ
ਵਾਹਿਗੁਰੂ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਮਾਲਕ ਪਾਸੋਂ ਨਾ ਜਿਹੜੇ ਮਹਾਪੁਰਸ਼ ਨੇ ਇਹ ਕੁਝ ਮੰਗਦੇ ਨੇ। ਆਪਾਂ ਦੁਨਿਆਵੀ ਜਿਹੜੇ ਲੋਕ ਆ ਆਖਦੇ ਆ ਇਹ ਕੁਝ ਮਿਲ ਜਾਵੇ, ਇਹ ਕੁਝ ਮਿਲ ਜਾਵੇ, ਇਹ ਕੁਝ ਮਿਲ ਜਾਵੇ, ਪਰ ਜਿਹੜੇ ਮਹਾਪੁਰਸ਼ ਨੇ ਕਹਿੰਦੇ ਰਾਜ ਭਾਗ ਦੀ ਲੋੜ ਨਹੀਂ। ਮਹਾਰਾਜ ਕਿਰਪਾ ਕਰੋ ਵੀ ਕੇਵਲ ਆਪ ਜੀਆਂ ਦੇ ਨਾਲ ਮੇਰੀ ਪ੍ਰੀਤ ਪੈ ਜਾਵੇ, ਆਪ ਜੀਆਂ ਦੇ ਚਰਨਾਂ ਦੇ ਨਾਲ ਮੇਰੀ ਨਿਭ ਜਾਵੇ। ਇਉਂ ਬੇਨਤੀ ਕਰਦੇ ਨੇ ਸਾਰੇ ਜਪਿਓ ਜੀ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਮਨ ਪ੍ਰੀਤ ਚਰਨ ਕਮਲਾਰੇ, ਮਨ ਪ੍ਰੀਤ ਚਰਨ ਕਮਲਾਰੇ। ਮਨ ਪ੍ਰੀਤ ਚਰਨ ਕਮਲਾਰੇ, ਮਨ ਪ੍ਰੀਤ ਚਰਨ ਕਮਲਾਰੇ। ਅੰਮ੍ਰਿਤਾ ਪ੍ਰੈ ਬਚਨ ਤੁਹਾਰੇ, ਅਤ ਸੁੰਦਰ ਮਨ ਮੋਹਨ ਪਿਆਰੇ। ਅੰਮ੍ਰਿਤਾ ਪ੍ਰੈ ਬਚਨ ਤੁਹਾਰੇ, ਅਤ ਸੁੰਦਰ ਮਨ ਮੋਹਨ ਪਿਆਰੇ। ਮਨ ਪ੍ਰੀਤ ਚਰਨ ਕਮਲਾਰੇ, ਮਨ ਪ੍ਰੀਤ ਚਰਨ ਕਮਲਾਰੇ। ਮਨ ਪ੍ਰੀਤ ਚਰਨ ਕਮਲਾਰੇ, ਮਨ ਪ੍ਰੀਤ ਚਰਨ ਕਮਲਾਰੇ। ब्रह्म महेश सिद्ध मुन इंद्रा, मोहि बा ठाकुर ही धर सारे। दीना द्वारे आयो ठाकुर, शरण पर्यो संत हारे। मन प्रीत चरण कमलारे, मन प्रीत चरण कमलारे। मन प्रीत चरण कमलारे, मन प्रीत चरण कमलारे। राज ना चाहूं मुकत ना चाहूं, मन प्रीत चरण कमलारे। राज ना चाहूं मुकत ना चाहूं, मन प्रीत चरण कमलारे। मन प्रीत चरण कमलारे, मन प्रीत चरण कमलारे। मन प्रीत चरण कमलारे, मन प्रीत चरण कमलारे। ਕੋਹ ਨਾਨਕ ਪ੍ਰਭ ਮਿਲੇ ਮਨੋਹਰ, ਮਨ ਸੀਤਲ ਹੀ ਬਿਕਸਾਰੇ।
ਕਹੋ ਨਾਨਕ ਪ੍ਰਭ ਮਿਲੇ ਮਨੋਹਰ, ਮਨ ਸੀਤਲ ਹੀ ਦਰਸਾਰੇ, ਮਨ ਪ੍ਰੀਤ ਚਰਨ ਕਮਲਾਰੇ, ਮਨ ਪ੍ਰੀਤ ਚਰਨ ਕਮਲਾਰੇ, ਮਨ ਪ੍ਰੀਤ ਚਰਨ ਕਮਲਾਰੇ, ਮਨ ਪ੍ਰੀਤ ਚਰਨ ਕਮਲਾਰੇ। राज ना चाहूं मुक्त ना चाहूं, मन प्रीत चरण कमलारे। राज ना चाहूं मुक्त ना चाहूं, मन प्रीत चरण कमलारे, 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 कमलारे। कोई आन के मिला दे प्रीतम प्यारे नो, तन मन वार देवा। आन के मिला ले प्रीतम प्यारे नो, मिला दे प्रीतम प्यारे नो, तन मन वार देवा। तन मन वार देवा, तन मन वार देवा, तन मन हो। आन के मिला दे सतगुर प्यारे नू, मिला दे सतगुर प्यारे नू, मिला दे सतगुर प्यारे नू, तन मन वार देवा। आन के मिला दे प्रीतम प्यारे नू, तन मन वार देवा। वाहिगुरु। आओ प्यारेओ, इतनी की हाजरी प्रवान करियो, बेअंत भुल हो जाती है, कुछ नहीं होंदा जांदा। सब जी कृपा करते ने, अपनी सेवा आप ही लेंदे ने। जैसी मैं आवे खसम की बाणी, तैसड़ा करी ज्ञान वे लालो, पाप की जंज ले काबल हो ताया, जोरी मंगे दान वे लालो। आप ही कृपा करते ने, इतनी की हाजरी प्रवान करियो। धन धन गुरु ग्रंथ साहिब जी महाराज जी का कोटान धन्नवाद, जिन्हों ने बख्शिया, कृपा की, ये समा बख्शिया। संगतां दा धन्नवाद, जिहड़ी साहिब जीआं दी हजूरी विच आण के सतगुरां दा सत संगत सुन रही है। महापुरुषां दा धन्नवाद, जिन्हों ने दास नूं थोड़ा जिहा समा दे के नवाजिया है। आओ इतनी की हाजरी प्रवान करियो। बुलाओ फतेह, आखो जी वाहिगुरू जी का खालसा, वाहिगुरू जी की फतेह जी। वाहिगुरू जी का खालसा, वाहिगुरू जी की फतेह। ये सन बहुत ही सत्कारयोग
ਭਾਈ ਜੋਰਾ ਸਿੰਘ ਜੀ ਕੂਮ ਕਲਾਂ ਵਾਲੇ, ਬਹੁਤ ਬਹੁਤ ਧੰਨਵਾਦ ਮਹਾਂਪੁਰਖਾਂ ਵੱਲੋਂ। ਅਤੇ ਬੇਨਤੀ ਕਰਦੇ ਹਾਂ ਬਾਬਾ ਮਨਜੀਤ ਸਿੰਘ ਜੀ ਨੂੰ, ਜੋ ਗੁਰੂ ਘਰ ਦੀ ਬਖਸ਼ਿਸ਼ ਸਰੋਪਾਉ ਦੀ ਹੈ, ਸਰੋਪਾਉ ਦੇਣ ਦੀ ਕਿਰਪਾਲਤਾ ਕਰਨ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਹੁਣ ਬਹੁਤ ਹੀ ਸਤਿਕਾਰਯੋਗ ਭਾਈ ਬਚਿੱਤਰ ਸਿੰਘ ਜੀ ਮਸੀਤਾਂ ਵਾਲੇ 10 ਮਿੰਟਾਂ ਲਈ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਭਾਈ ਬਚਿੱਤਰ ਸਿੰਘ ਜੀ ਮਸੀਤਾਂ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। श्री वाहेगुरु वाहेगुरु वाहेगुरु। पाग ठड़े हर संत तुम्हारे, जिन कर तन हर नामा। पाग ठड़े हर संत तुम्हारे, जिन कर तन हर नामा। प्रवान गणी से आए, सफल तिना के कामा। मेरे राम हर जन कै हाँ बल जाई, केसा का कर चवर टुलावा। चरण तूर मुख लाई, जन्म मरण दो मैं नाही। जन पर उपकारी आए, जी दान दे भगति लायन। हर स्यों लैन मिलाए, हम संतन की हम संतन की रेन प्यारे। हम संतन की शरणा, हम संतन की रेन प्यारे। हम संतन की शरणा। संत हमारी ओट सताने, संत हमारी ओट सताने। संत हमारा गहना, हम संतन की रेन प्यारे। हम संतन की शरणा, हम संतन की। हम संतन स्यों बन आए,
हम संतन स्यों बन आए, पूरब लिखे पाए, पूरब लिखे पाए, पूरब लिखे पाए। एहो मन तेरा पाए, एहो मन तेरा पाए, एहो मन तेरा पाए, एहो मन तेरा पाए। हम संतन के ऋण प्यारे, हम संतन की चरेना, हम संतन के ऋण प्यारे, हम संतन की चरेना। संतन स्यों मेरी लेवा देवी, संतन स्यों मेरी लेवा देवी, संतन स्यों ब्योहारा, संतन स्यों ब्योहारा। हम संतन की ऋण प्यारे, हम संतन की शरणा, हम संतन की ऋण प्यारे, हम संतन की शरणा। संत हमारी ओट सताणे, संत हमारी ओट सताणे, संत हमारा गहना, संत हमारा गहना। हम संतन की ऋण प्यारे, हम संतन की शरणा, हम संतन की। संतन स्यों हम लाहा खाटिया, संतन स्यों हम लाहा खाटिया, हर भगत परे पंडारा, भगत परे पंडारा। हम संतन के ऋण प्यारे, हम संतन की शरणा, हम संतन के ऋण प्यारे,
हम संतन की करे नाम। संतन मोको पूंजी सौंपे, संतन मोको पूंजी सौंपे, तो उतरिया मन का दुखा, उतरिया मन का दुखा। धर्म राय अब कहाँ करेगो, धर्म राय अब कहाँ करेगो, जो फाटो सगलो लेखा, फाटे सगलो लेखा। हम संतने की रेन प्यारे, हम संतने की शरणा, हम संतने की। महा आनंद पे सुख पाया, महा आनंद पे सुख पाया, संतन के प्रसादे। संतन के प्रसादे, कहो नानक हर स्यों मन मानिया, कहो नानक हर स्यों मन मानिया, हर स्यों मन मानिया। रंग रते बिस्मादे, जन्म मरण दुह में नाही, जन्म मरण दो में नाही, जन पर उपकारी आए। जीदान जीदान दे भक्ति लान, भक्ति लायन हर स्यों लैन मिलाए। वाहे गुरु 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 वाहे गुरु
ਵਾਹਿਗੁਰੂ 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 ਜਿਨਾ ਸਾਸ ਗਿਰਾਸ ਨਾ ਬਿਸਰੈ ਹਰ ਨਾਮਾ ਮਨ ਮੰਤੇ ਤਨ ਸੇ ਨਾਨਕਾ ਪੂਰਨ ਸੋਈ ਸੰਤ ਹਮ ਸੰਤਨ ਕੀ रेन प्यारे हम संतन की शरणा हम संतन की रेन प्यारे हम संतन की शरणा संत हमारी ओट सताने संत हमारा कहना संत हमारा कहना हम संतन की रेन प्यारे हम संतन की शरणा हम संतन की शरणा हम संतन की शरणा हम संतन की शरणा सत संगत हरि दा वासा एहो नगरी साधुआं दी सत संगत हरि दा वासा एहो नगरी साधुआं दी सत संगत हरि दा सत संगत हरि दा वासा एहो नगरी साधुआं दी संगत हरि दा वासा एहो नगरी हो एहो नगरी साधुआं दी नगरी भाग ठड़े हर संत तुम्हारे जिनकर तन हर नामा प्रवान गणी से ये आए सफल तिना के काम वाहिगुरू जी का खालसा वाहिगुरू जी की फतेह वाहिगुरू जी का खालसा वाहिगुरू जी की फतेह। बहुत बहुत धन्यवाद भाई बचित्र सिंह मसीता जिन्हों ने शब्द द्वारा हाज़री ला के महापुरखों को शरदा के फुल भेंट किए। भाई बचित्र सिंह जी को बेनती है कि गुरु घर की बख्शिश सरोपे की प्राप्ति करन जी। बोले सो निहाल। इस तो बाद बेनती करांगे जी बाबा जसविंदर सिंह जी कथावाचक बिलासपुर 10 मिनटां दे लई महापुरखां नूं शरदा दे फुੱਲ भेंट करनगे जी।
ਵਾਹਿਗੁਰੂ ਸਤਨਾਮ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕਉ, ਸੰਤ ਜਪਾਵੈ ਨਾਮ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਏ ਹੋਏ ਮਹਾਂਪੁਰਖਾਂ ਕੋਲੋਂ ਜਥਿਆਂ ਪਾਸੋਂ ਹਰੀ ਜਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਸੁਣ ਕੇ ਆਪਣੇ ਜੀਵਨ ਅਤੇ ਸੁਆਸਾਂ ਨੂੰ ਸਫਲ ਬਣਾ ਰਹੇ ਸੀ। ਧੰਨਤਾ ਦੇ ਯੋਗ ਹੋ ਮਹਾਂਪੁਰਖਾਂ ਦੀ ਮਿੱਠੀ ਯਾਦ ਨੂੰ ਮੁੱਖ ਰੱਖ ਕੇ ਗੁਰਮਤਿ ਸਮਾਗਮ ਰੱਖੇ ਗਏ। ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਆਓ ਕੁਝ ਸਮਾਂ ਗੁਰਮਤਿ ਵਿਚਾਰਾਂ ਦੁਆਰਾ ਸਾਂਝ ਪਾਵਾਂਗੇ। ਸਭ ਤੋਂ ਪਹਿਲਾਂ ਆਖੋ ਜੀ ਗੱਜ ਵੱਜ ਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ, ਸਾਧ ਕੈ ਸੰਗ ਮੁਖ ਉਜਲ ਹੋਤ। ਜੇ ਅਸੀਂ ਆਪਣੇ ਮੁਖ ਨੂੰ ਉਜਲਾ ਕਰਨਾ, ਪਵਿੱਤਰ ਕਰਨਾ, ਤਾਂ ਫਿਰ ਸੰਗਤ ਵਿੱਚ ਆ ਕੇ ਸਤਿਪੁਰਸ਼ਾਂ ਦੇ ਨਾਲ ਗੁਰਬਾਣੀ ਦੀ ਵਿਚਾਰਧਾਰਾ ਦੇ ਨਾਲ ਜੁੜ ਜਾਈਏ। ਫਿਰ ਸਾਡਾ ਜਿਹੜਾ ਮੁਖ ਹੈ ਪਵਿੱਤਰ ਹੋ ਜਾਂਦਾ ਹੈ। ਜਿਵੇਂ ਸਾਡੇ ਤਨ ਨੂੰ ਮਿੱਟੀ ਆਦਿਕ ਗੰਦਗੀ ਲੱਗ ਜੇ ਤਾਂ ਇਹਨੂੰ ਅਸੀਂ ਪਾਣੀ ਦੇ ਨਾਲ ਜਾਂ ਸਾਬਣ ਦੇ ਨਾਲ ਧੋ ਕੇ ਪਵਿੱਤਰ ਕਰ ਲੈਂਦੇ ਹਾਂ। ਜੋ ਸਾਡੇ ਮੁਖ ਨੂੰ ਵਿਸੇ ਵਕਾਰਾਂ ਦੀ, ਪਰਾਈ ਨਿੰਦਿਆ ਚੁਗਲੀ ਦੀ ਗੰਦਗੀ ਲੱਗੀ ਹੈ, ਜੇ ਅਸੀਂ ਇਹਨੂੰ ਉਜਲਾ ਕਰਨਾ ਚਾਹੁੰਦੇ ਹਾਂ ਮੁਖ ਨੂੰ, ਤਾਂ ਸਤਿਗੁਰੂ ਜੀ ਦੀ ਬਾਣੀ ਨੇ ਸਾਨੂੰ ਸਮਝਾਇਆ, ਸੰਤ ਜਨਾ ਮਿਲ ਹਰਿ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਕਰੋੜਾਂ ਜਨਮਾਂ ਦੇ ਜਿਹੜੇ ਦੁੱਖ ਨੇ ਉਹ ਕੱਟੇ ਜਾਂਦੇ ਨੇ। ਅਸੀਂ ਆਪਣੇ ਮੁਖ ਨੂੰ ਪਵਿੱਤਰ ਕਰ ਸਕਦੇ ਹਾਂ, ਉਜਲਾ ਕਰ ਸਕਦੇ ਹਾਂ। ਆਮ ਤੌਰ 'ਤੇ ਸਾਡਾ ਜਿਹੜਾ ਸੁਭਾਅ ਬਣਿਆ ਹੋਇਆ ਸੰਸਾਰੀ ਤੌਰ 'ਤੇ, ਅਸੀਂ ਰੂਟੀਨ ਵਿੱਚ ਆਪਣੇ ਮੁਖ ਨੂੰ ਗੰਦਾ ਕਰਦੇ ਹਾਂ। ਸਤਿਗੁਰੂ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ, ਕਹਿੰਦੇ ਮਨ ਰੇ ਕੌਣ ਕਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਪਰਾਈ ਨਿੰਦਿਆ ਚੁਗਲੀ ਕਰਨ ਦੇ ਨਾਲ ਅਸੀਂ ਆਪਣੇ ਮੁਖ ਨੂੰ ਗੰਦਾ ਕਰ ਲਿਆ। ਜੇ ਅਸੀਂ ਆਪਣੇ ਮੁਖ ਨੂੰ ਉਜਲਾ ਕਰਨਾ ਚਾਹੁੰਦੇ ਹਾਂ, ਸਤਿਗੁਰੂ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਮੁਖ ਉਜਲਾ ਕਿਵੇਂ ਹੁੰਦਾ ਹੈ। ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ। ਉਹਨਾਂ ਦੇ ਮੁਖ ਉਜਲੇ ਹੋਏ ਨੇ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ, ਸਿਮਰਨ ਕੀਤਾ। ਕਿਉਂਕਿ ਸਤਿਗੁਰੂ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਵੀ ਅਸੀਂ ਤੀਰਥਾਂ 'ਤੇ ਨਹਾ ਕੇ ਵੀ ਉਜਲੇ ਨਹੀਂ ਹੋ ਸਕਦੇ, ਪਵਿੱਤਰ ਨਹੀਂ ਹੋ ਸਕਦੇ। ਸਾਡੀ ਜਿਹੜੀ ਆਤਮਾ ਉਹ ਫਿਰ ਵੀ ਮਲੀਨ ਰਹਿੰਦੀ ਹੈ। ਤਨ ਧੋਤਾ ਮਨ ਹੱਛਾ ਨਾ ਹੋਏ। ਅਸੀਂ ਆਪਣੇ ਮੁਖ ਨੂੰ ਉਜਲਾ ਕਰਨਾ। ਮੁਖ ਨੂੰ ਉਜਲਾ ਅਸੀਂ ਤਾਂ ਕਰ ਸਕਦੇ ਹਾਂ ਜੇ ਗੁਰੂ ਸ਼ਬਦ ਦੇ ਨਾਲ ਜੁੜਾਂਗੇ। ਗੁਰੂ ਦੀ ਬਾਣੀ ਸਾਡੇ ਮੁਖ ਨੂੰ ਪਵਿੱਤਰ ਕਰਦੀ ਹੈ। ਇਸ ਕਰਕੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਗੁਰਬਾਣੀ ਦੇ ਅੰਦਰ ਹੀ ਵੀ ਸੋਚ ਕਰੈ ਦਿਨ ਸਵਾ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇੱਦਾਂ ਵੀ ਤੂੰ ਪਵਿੱਤਰ ਨਹੀਂ ਹੋ ਸਕਦਾ। ਤੇ ਆਪਣੇ ਮੁਖ ਨੂੰ ਉਜਲਾ ਕਰਨ ਵਾਸਤੇ ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖ ਉਜਲੇ ਹੋਏ ਨੇ ਜਿਹੜੇ ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠੇ ਨੇ। ਸਾਧਕੈ ਸੰਗ ਮੁਖ ਉਜਲ ਹੋਤ। ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਮੁਖ ਉਜਲੇ ਹੋਏ ਜਿਹੜੇ ਗੁਰੂ ਦੇ ਪਿਆਰਿਆਂ ਦੇ ਨਾਲ ਬੈਠ ਕੇ ਕੀ ਕਰਦੇ ਸੀ, ਆਪ ਜਪੈ ਅਵਰਹਿ ਨਾਮ ਜਪਾਵੈ। ਪਰਮਾਤਮਾ ਦੇ ਪਿਆਰਿਆਂ ਨੇ ਆਪ ਤਾਂ ਨਾਮ ਜਪਿਆ,
ਤੇ ਨਾਲ ਸਾਨੂੰ ਵੀ ਆਪਣੇ ਨਾਲ ਲਾ ਕੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਦਿੱਤਾ ਹੈ ਵੀ ਤੁਸੀਂ ਵੀ ਪ੍ਰਭੂ ਪਰਮਾਤਮਾ ਦਾ ਨਾਮ ਜਪੋ, ਕਿਉਂਕਿ ਉਹਨਾਂ ਦਾ ਆਉਣ ਦਾ ਕਾਰਨ ਹੀ ਇੱਥੇ ਸੰਸਾਰ ਵਿੱਚ ਇਹ ਹੁੰਦਾ ਹੈ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਸਤਿਗੁਰੂ ਜੀ ਕਹਿੰਦੇ ਉਹ ਧੰਨ ਨੇ, ਸਰੀਰ ਕਰਕੇ ਧੰਨ ਨੇ, ਉਹ ਬਾਣੀ ਬਾਣੇ ਦੇ ਨਾਲ ਜੁੜੇ ਨੇ, ਧੰਨ ਹੋ ਗਏ ਨੇ ਉਹ ਜਿਨ੍ਹਾਂ ਦੀ ਕਿਰਪਾ ਦੇ ਨਾਲ, ਪ੍ਰਸਾਦ ਕਿਰਪਾ ਦੇ ਨਾਲ ਸੰਸਾਰ ਇਸ ਭਵਜਲ ਸੰਸਾਰ ਤੋਂ ਪਾਰ ਹੁੰਦਾ ਹੈ, ਕਿਉਂਕਿ ਉਹ ਆਪ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਸੀ। ਗੁਰੂ ਦਾ ਜਿਹੜਾ ਨਾਮ ਹੈ ਇਹ ਸਾਨੂੰ ਭਵਜਲ ਸੰਸਾਰ ਤੋਂ ਪਾਰ ਕਰਦਾ ਹੈ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਈ। ਸਤਿਪੁਰਸ਼ ਸਾਨੂੰ ਗੁਰੂ ਦੇ ਸ਼ਬਦ ਦੇ ਨਾਲ, ਬਾਣੀ ਦੇ ਨਾਲ ਜੋੜਦੇ ਨੇ, ਫਿਰ ਅਸੀਂ ਭਵਜਲ ਸੰਸਾਰ ਤੋਂ ਪਾਰ ਹੋ ਜਾਂਦੇ ਹਾਂ। ਸਤਿਗੁਰੂ ਜੀ ਸਾਨੂੰ ਬਾਣੀ 'ਚ ਇਹੀ ਸਮਝਾਉਂਦੇ ਨੇ, ਕਹਿੰਦੇ ਉਹਨਾਂ ਦੇ ਮੁਖ ਉਜਲੇ ਹੁੰਦੇ ਨੇ ਜਿਹੜੇ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਦੇ ਨੇ, ਜਿਨ੍ਹਾਂ ਦਾ ਆਉਣ ਦਾ ਮਨੋਰਥ ਇਹੀ ਹੈ ਵੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਸੰਸਾਰ ਮੁਕਤ ਹੋ ਜਾਂਦਾ ਹੈ। ਆਪ ਜਪੈ ਅਵਰਹਿ ਨਾਮ ਜਪਾਵੈ। ਉਹ ਆਪ ਜਪਦੇ ਨੇ ਤੇ ਹੋਰਨਾਂ ਨੂੰ, ਸਾਡੇ ਵਰਗਿਆਂ ਨੂੰ ਪ੍ਰੇਰ ਕੇ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਨੇ। ਸਾਧਕੈ ਸੰਗ ਮਲ ਸਗਲੀ ਖੋਤ। ਸਤਿਪੁਰਸ਼ਾਂ ਦੀ ਸੰਗਤ ਵਿੱਚ ਆ ਕੇ ਜਿਹੜੀ ਮੈਲ ਲੱਗੀ ਹੈ ਵਿਸ਼ੇ ਵਿਕਾਰਾਂ ਦੀ, ਅਸੀਂ ਉਹਨੂੰ ਧੋ ਸਕਦੇ ਹਾਂ। ਜਿਵੇਂ ਸਾਡੇ ਵਸਤਰਾਂ ਨੂੰ ਵਿਸ਼ਟਾਦਿਕ ਗੰਦਗੀ ਲੱਗਦੀ ਹੈ, ਸਤਿਗੁਰੂ ਜੀ ਕਹਿੰਦੇ ਉਹਨੂੰ ਧੋਤਿਆਂ ਪਵਿੱਤਰ ਕੀਤਾ ਜਾ ਸਕਦਾ ਹੈ। ਵਸਤਰ ਨੂੰ ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਐ ਉਹ ਧੋਏ ਭਰੀਐ ਮਤ, ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਪਰਮਾਤਮਾ ਦੇ ਨਾਮ ਰੂਪੀ ਰੰਗ ਦੇ ਨਾਲ ਅਸੀਂ ਆਪਣੀ ਮਤ ਨੂੰ ਉਜਲਾ ਕਰ ਸਕਦੇ ਹਾਂ। ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਮਤ ਜਿਹੜੀ ਹੈ ਉਹ ਸ੍ਰੇਸ਼ਟ ਹੋ ਜਾਂਦੀ ਹੈ ਜਿਹੜੇ ਸਤਿਪੁਰਸ਼ਾਂ ਦੀ ਸੰਗਤ 'ਚ ਬਹਿੰਦੇ ਨੇ, ਕਿਉਂਕਿ ਸੰਗਤ ਦਾ ਹੀ ਅਸਰ ਹੈ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ, ਤੂੰ ਦੇਖੀ ਕਿਤੇ ਕੁਸੰਗੀ ਬੰਦਿਆਂ ਕੋਲ ਨਾ ਬੈਠ ਜਾਈਂ ਤਾਂ ਤੇਰਾ ਜੀਵਨ ਬਰਬਾਦ ਵੀ ਹੋ ਜਾਊਗਾ। ਉਹ ਝੂਲੈ ਉਹ ਚੀਰੀ ਹੈ ਸਾਕਤ ਸੰਗ ਨਾ ਹੇਰ, ਕਿਉਂਕਿ ਉਹਨਾਂ ਦੇ ਸੁਭਾਅ ਦਾ ਜਿਹੜਾ ਅੰਤਰ ਬਹੁਤ ਵੱਡਾ ਹੈ। ਨਾਸਤਿਕ ਬੰਦਿਆਂ ਨੇ ਮਾੜੀਆਂ ਗੱਲਾਂ ਕਰਨੀਆਂ ਨੇ, ਤੇਰਾ ਜਿਹੜਾ ਹਿਰਦਾ ਕੋਮਲ ਹੈ ਇਹਨੂੰ ਚੀਰ ਕੇ ਰੱਖ ਦੇਣਾ। ਜਿਵੇਂ ਬੇਰੀ ਦੇ ਦਰਖਤ ਦੇ ਨੇੜੇ ਕੇਲੇ ਦਾ ਦਰਖਤ ਉਹ ਝੂਲਦਾ ਤੇ ਉਹਦੇ ਜਿਹੜੇ ਕੰਡੇ ਨੇ ਚੀਰ ਕੇ ਰੱਖ ਦਿੰਦੇ ਨੇ, ਇਸੇ ਤਰ੍ਹਾਂ ਹੀ ਨਾਸਤਿਕ ਜਿਹੜੇ ਲੋਕ ਨੇ ਉਹਨਾਂ ਦੀ ਸੰਗਤ ਵੀ ਸਾਨੂੰ ਡੋਬ ਦਿੰਦੀ ਹੈ। ਗੁਰੂ ਦੇ ਪਿਆਰਿਆਂ ਦੀ ਸੰਗਤ ਸਾਨੂੰ ਭਵਜਲ ਸੰਸਾਰ ਤੋਂ ਪਾਰ ਕਰ ਦਿੰਦੀ ਹੈ। ਇਸ ਕਰਕੇ ਕਬੀਰ ਜੀ ਨੇ ਸਾਨੂੰ ਗੁਰਬਾਣੀ ਦੇ ਅੰਦਰ ਕਿਹਾ, ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈ ਹੈ ਪ੍ਰਗਟ ਹੋਏ ਨਿਧਾਨ। ਸਾਕਤ ਇਹੋ ਜਿਹਾ, ਸਾਕਤ ਸੰਗ ਨ ਕੀਜੀਐ ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਛ ਲਾਗੇ ਦਾਗ। ਇਹੋ ਜਿਹਾ ਸਾਕਤ ਪੁਰਸ਼ ਹੈ, ਉਹਦੇ ਨੇੜੇ ਵੀ ਨਹੀਂ ਜਾਣਾ। ਨੇੜੇ ਜਾਣ ਕਰਕੇ ਵੀ ਸਾਡੇ ਜੀਵਨ 'ਤੇ ਅਸਰ ਹੋ ਸਕਦਾ ਹੈ। ਸੰਗਤ ਤੇ ਕੁਸੰਗਤ ਦਾ ਏਡਾ ਵੱਡਾ ਮਹਾਤਮ ਹੈ ਵੀ ਸੰਗਤ ਜੀਵਨ ਨੂੰ ਤਬਦੀਲ ਕਰ ਦਿੰਦੀ ਹੈ, ਕੁਸੰਗਤ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ। ਸਤਿਗੁਰੂ ਜੀ ਨੇ ਸਾਨੂੰ ਗੁਰਬਾਣੀ 'ਚ ਸਮਝਾਇਆ, ਸਾਧਕੈ ਸੰਗ ਪ੍ਰਗਟੈ ਸੋ ਗਿਆਨ। ਜਿਹੜਾ ਸਾਡੇ ਅੰਦਰ ਗਿਆਨ ਉਤਪੰਨ ਹੋਣਾ ਇਹ ਗੁਰੂ ਦੀ ਕਿਰਪਾ ਦੇ ਨਾਲ, ਜਦੋਂ ਅਸੀਂ ਸਤਿਪੁਰਸ਼ਾਂ ਦੀ ਸੰਗਤ 'ਚ ਬਹਿੰਦੇ ਹਾਂ ਕਿ ਨਾ, ਫਿਰ ਸਾਨੂੰ ਪ੍ਰਮਾਤਮਾ ਦੇ ਦਰ ਘਰ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਆਪਾਂ ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਹਾਂ ਵੀ ਕਿਹਨਾਂ ਨੂੰ ਕੀ ਗਿਆਨ ਹੋਇਆ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਹ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਵੀ ਉਹਨਾਂ ਨੂੰ ਲੋਆਂ ਦਾ, ਦੀਪਾਂ ਦਾ, ਆਕਾਸ਼ਾਂ ਦਾ, ਇਸ ਬ੍ਰਹਿਮੰਡ ਦਾ ਗਿਆਨ ਉਹਨਾਂ ਨੂੰ ਪ੍ਰਾਪਤ ਹੋ ਗਿਆ ਜਿਹੜੇ ਗੁਰੂ ਦੇ ਪਿਆਰਿਆਂ ਦੇ ਕੋਲ ਬੈਠੇ ਨੇ।
ਸਤ ਸੰਗਤ ਦੇ ਵਿੱਚ ਆਏ ਨੇ, ਮਿਲਿਆ ਹੋਇਆਂ ਦੇ ਨਾਲ ਬੈਠ ਕੇ ਉਹਨਾਂ ਨੇ ਆਪਣੇ ਜੀਵਨ ਨੂੰ ਸਫਲ ਕਰ ਲਿਆ। ਜਿਵੇਂ ਕਿਸੇ ਸੰਗੀਤਕਾਰ ਕੋਲ ਬੈਠ ਕੇ ਅਸੀਂ ਆਪਣੇ ਅੰਦਰੋਂ ਸੰਗੀਤ ਦੀ ਕਲਾ ਨੂੰ ਪ੍ਰਗਟ ਕਰ ਸਕਦੇ ਹਾਂ, ਕਿਸੇ ਇਲੈਕਟ੍ਰੀਸ਼ੀਅਨ ਦੇ ਕੋਲ ਬੈਠ ਕੇ ਆਪਣੇ ਅੰਦਰੋਂ ਇਸ ਕਲਾ ਨੂੰ ਪ੍ਰਗਟ ਕਰ ਸਕਦੇ ਹਾਂ, ਕਿਸੇ ਡਾਕਟਰ ਦੇ ਕੋਲ ਬੈਠੇ ਹਾਂ, ਉਹ ਵੈਦਿਕ ਕਲਾ ਡਾਕਟਰੀ ਦਾ ਜਿਹੜਾ ਨੁਕਤਾ ਅਸੀਂ ਉਹਦੇ ਕੋਲੋਂ ਸਿੱਖ ਸਕਦੇ ਹਾਂ। ਆਪਣੇ ਅੰਦਰੋਂ ਜੋ ਕੁਝ ਮਰਜ਼ੀ ਅਸੀਂ ਪ੍ਰਗਟ ਕਰ ਸਕਦੇ ਹਾਂ, ਸਾਡੇ ਅੰਦਰ ਹੈ। ਪਰ ਜਿਹੋ ਜਿਹਾਂ ਦੀ ਸੰਗਤ ਕਰਾਂਗੇ ਉਹੋ ਜਿਹਾ ਕੁਝ ਸਾਡੇ ਅੰਦਰੋਂ ਪ੍ਰਗਟ ਹੋਣਾ। ਜੇ ਸਤਿਪੁਰਸ਼ਾਂ ਦੀ ਸੰਗਤ ਕਰਾਂਗੇ, ਮਿਲਿਆ ਹੋਇਆਂ ਦੀ ਸੰਗਤ ਕਰਾਂਗੇ, ਤਾਂ ਸਾਡੇ ਅੰਦਰੋਂ ਪ੍ਰਭੂ ਪਰਮਾਤਮਾ ਦੇ ਨਾਮ ਨੇ ਪ੍ਰਗਟ ਹੋ ਜਾਣਾ, ਨਾਮ ਰੂਪੀ ਖਜ਼ਾਨੇ ਨੇ ਪ੍ਰਗਟ ਹੋ ਜਾਣਾ ਸਾਡੇ ਅੰਦਰੋਂ। ਫਿਰ ਨਾਮ ਦਾ ਖਜ਼ਾਨਾ ਅਮਿਹੋਂ ਚੱਲੇ ਝਰਨੇ। ਸਤਿਪੁਰਸ਼ਾਂ ਦੀ ਸੰਗਤ ਕਰਨ ਵਾਲਿਆਂ ਦੇ ਮੁਖਾਰ ਬਿੰਦ ਤੋਂ ਗੁਰੂ ਦੇ ਸ਼ਬਦ ਦੇ ਝਰਨੇ ਚੱਲਦੇ ਨੇ, ਗੁਰਬਾਣੀ ਦੇ ਝਰਨੇ ਫੁੱਟ ਪੈਂਦੇ ਨੇ, ਕਿਉਂਕਿ ਉਹਨਾਂ ਦੇ ਅੰਦਰੋਂ ਗੁਰੂ ਦਾ ਗਿਆਨ ਪ੍ਰਗਟ ਹੁੰਦਾ ਹੈ। ਸਾਧਕੈ ਸੰਗ ਪ੍ਰਗਟੈ ਸੋ ਗਿਆਨ। ਜਿਵੇਂ ਕਿਸੇ ਕਲਾ ਨੂੰ ਪ੍ਰਗਟ ਕਰਨ ਵਾਸਤੇ ਸਾਨੂੰ ਉੱਥੇ ਜਾਣਾ ਪੈਂਦਾ ਹੈ। ਬੱਚੇ ਦੇ ਅੰਦਰੋਂ ਹੁਨਰ ਨੂੰ ਪੈਦਾ ਕਰਨ ਵਾਸਤੇ, ਉਹਦੇ ਅੰਦਰੋਂ ਪੜ੍ਹਾਈ ਨੂੰ ਪੈਦਾ ਕਰਨ ਵਾਸਤੇ ਟੀਚਰ ਕੋਲ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਹੀ ਅਸੀਂ ਜੇ ਪਰਮਾਤਮਾ ਦੇ ਦਰ ਘਰ ਦਾ ਗਿਆਨ ਚਾਹੁੰਦੇ ਹਾਂ, ਜਿਵੇਂ ਸੰਸਾਰੀ ਗਿਆਨ ਲੈਣ ਵਾਸਤੇ ਅਸੀਂ ਕਿਤੇ ਨਾ ਕਿਤੇ ਜਾਂਦੇ ਹਾਂ, ਇਸੇ ਤਰ੍ਹਾਂ ਹੀ ਪਰਮਾਰਥਕ ਦਾ ਗਿਆਨ ਲੈਣ ਵਾਸਤੇ ਸਾਨੂੰ ਗੁਰੂ ਦੇ ਪਿਆਰਿਆਂ ਦੇ ਨਾਲ ਬੈਠ ਕੇ ਤੇ ਗੁਰੂ ਦੇ ਗਿਆਨ ਨੂੰ ਹਾਸਲ ਕਰਨਾ ਪਵੇਗਾ। ਸਾਧਕੈ ਸੰਗ ਮਿਟੈ ਅਭਿਮਾਨ। ਜਿਹੜਾ ਹੰਕਾਰ ਹੈ, ਗਿਆਨ ਪ੍ਰਗਟ ਹੋ ਜਾਣਾ ਇੱਕ ਵੱਖਰੀ ਗੱਲ ਹੈ, ਉਸ ਗਿਆਨ ਨੂੰ ਸਾਂਭ ਕੇ ਰੱਖ ਲੈਣਾ। ਜਿਵੇਂ ਖਜ਼ਾਨਾ ਕਿਸੇ ਨੂੰ ਮਿਲਿਆ, ਉਸ ਨੇ ਖਜ਼ਾਨੇ ਦੀ ਕੀਮਤ ਨਹੀਂ ਜਾਣੀ ਵੀ ਇਹ ਖਜ਼ਾਨਾ ਕਿੰਨਾ ਕੀਮਤੀ ਹੈ। ਜਿਵੇਂ ਅਸੀਂ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੂਪ ਸਾਨੂੰ ਖਜ਼ਾਨਾ ਮਿਲਿਆ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ। ਇਸ ਖਜ਼ਾਨੇ ਦੀ ਅਸੀਂ ਕਦਰ ਨਹੀਂ ਕੀਤੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਮਿਲੇ ਨੇ ਤੇ ਅਸੀਂ ਗੁਰਬਾਣੀ ਸਿਧਾਂਤ ਦੇ ਨਾਲ ਨਹੀਂ ਜੁੜੇ, ਗੁਰਬਾਣੀ ਤੋਂ ਅਸੀਂ ਅਣਜਾਣ ਆ। ਅੱਜ ਵੀ ਕਰਮ ਕਾਂਡ, ਪਖੰਡਵਾਦ ਤੇ ਇਹਨਾਂ ਵਿਤਕਰਿਆਂ ਦੇ ਵਿੱਚ ਅਸੀਂ ਅੱਜ ਜੀ ਰਹੇ ਹਾਂ, ਕਿਉਂਕਿ ਖਜ਼ਾਨਾ ਤਾਂ ਮਿਲ ਗਿਆ ਪਰ ਸਾਨੂੰ ਸਮਝ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਪ੍ਰਗਟ ਹੋ ਜਾਂਦਾ ਗਿਆਨ ਤਾਂ ਇਨਸਾਨ ਦੇ ਅੰਦਰੋਂ ਜਦੋਂ ਕਿਤੇ ਬਹਿੰਦਾ ਉਹਦੇ ਕੋਲੋਂ ਗਿਆਨ ਹਾਸਲ ਹੋ ਜਾਂਦਾ ਹੈ, ਪਰ ਅਭਿਮਾਨ ਹੋ ਜਾਂਦਾ ਹੈ, ਹੰਕਾਰ ਹੋ ਜਾਂਦਾ ਹੈ। ਪਰ ਜਦੋਂ ਅਸੀਂ ਸੰਗਤ ਵਿੱਚ ਹੀ ਬੈਠਦੇ ਹਾਂ ਗੁਰੂ ਦੇ ਪਿਆਰਿਆਂ ਕੋਲੋਂ, ਇਹ ਹੰਕਾਰ ਮਿਟ ਜਾਂਦਾ ਹੈ, ਕਿਉਂਕਿ ਸਾਨੂੰ ਇਸ ਗੱਲ ਦਾ ਵੀ ਗਿਆਨ ਹੋ ਜਾਂਦਾ। ਫਿਰ ਇੱਕ ਦੂ ਇੱਕ ਝੜੰਦੀਆਂ ਕੌਣ ਜਾਣੈ ਤੇਰਾ ਨਾਉ, ਇਹ ਹੰਕਾਰ ਮਿਟ ਜਾਂਦਾ। ਕਈ ਵਾਰੀ ਬੰਦਾ ਸੋਚਦਾ ਵੀ ਜਿਹੜਾ ਕੁਝ ਮੈਨੂੰ ਪਤਾ ਸ਼ਾਇਦ ਕਿਸੇ ਦੁਨੀਆ 'ਚ ਹੋਰ ਨੂੰ ਨਾ ਪਤਾ ਹੋਵੇ, ਪਰ ਜਦੋਂ ਸਤਿਪੁਰਸ਼ਾਂ ਦੀ ਸੰਗਤ 'ਚ ਬੈਠਦਾ, ਉੱਥੇ ਵਿਚਾਰ ਸੁਣਦਾ, ਉਹਨੂੰ ਫਿਰ ਇਸ ਗੱਲ ਦੀ ਸੋਝੀ ਆ ਜਾਂਦੀ ਹੈ, ਨਹੀਂ ਬਹੁਤ ਸੰਸਾਰ ਵਿੱਚ ਨੇ ਇਹੋ ਜਿਹੇ ਜਿਹੜੇ ਤੇਰੇ ਨਾਲੋਂ ਵੀ ਵੱਧ ਕੇ ਨੇ ਗਿਆਨਵਾਨ ਨੇ, ਉਦੋਂ ਹੋਰ ਵੀ ਦੁਨੀਆ 'ਚ ਗਿਆਨਵਾਨ ਵੱਧ ਕੇ ਨੇ। ਇਸ ਕਰਕੇ ਹੰਕਾਰ ਜਿਹੜਾ ਸਾਡਾ ਉਹ ਮਿਟਦਾ। ਸਤਿਪੁਰਸ਼ਾਂ ਦੀ ਸੰਗਤ ਵਿੱਚ ਆਉਣ ਕਰਕੇ ਸਤਿਗੁਰੂ ਜੀ ਕਹਿੰਦੇ ਸਾਡਾ ਹੰਕਾਰ ਇਹ ਵੀ ਮਿਟ ਜਾਂਦਾ ਹੈ ਤੇ ਫਿਰ ਅਸੀਂ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਾਂ। ਐਸੇ ਮਹਾਂਪੁਰਖਾਂ ਦੀ ਸੰਗਤ ਸਾਨੂੰ ਪ੍ਰਾਪਤ ਹੋਈ, ਜਿਨ੍ਹਾਂ ਦੇ ਆਪਾਂ ਅੱਜ ਸਮਾਗਮ ਵਿੱਚ ਬੈਠੇ ਹਾਂ। ਸੰਤ ਬਾਬਾ ਹਰਭਜਨ ਸਿੰਘ ਜੀ, ਜਿਨ੍ਹਾਂ ਦੇ ਦਰਸ਼ਨ ਕਰਨ ਦਾ ਸਭ ਸੰਗਤਾਂ ਨੂੰ ਮੌਕਾ ਮਿਲਿਆ, ਉਹਨਾਂ ਦਾ ਜੀਵਨ ਗੁਰਬਾਣੀ ਨੂੰ ਸਮਰਪਿਤ ਸੀ। ਗੁਰੂ ਦੀ ਬਾਣੀ ਦੀ ਗੱਲ ਕਰਦੇ ਸੀ, ਬਾਣੀ ਸਿਧਾਂਤ ਦੇ ਨਾਲ ਸਾਨੂੰ ਜੋੜਿਆ। ਅੱਜ ਵੀ ਸਾਨੂੰ ਸੰਤ ਬਾਬਾ ਅਮਰ ਸਿੰਘ ਜੀ ਗੁਰਬਾਣੀ ਦੇ ਨਾਲ ਜੋੜ ਰਹੇ ਨੇ। ਸਾਨੂੰ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ। ਗੁਰੂ ਕੇ ਅਸੀਂ ਦਰਬਾਰ 'ਚ ਪਹੁੰਚਦੇ ਹਾਂ, ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰੀਏ। ਸਤਿਗੁਰੂ ਜੀ ਸਾਨੂੰ ਕੀ ਕਹਿੰਦੇ ਨੇ। ਇਹ ਖਜ਼ਾਨਾ ਬੜਮੁੱਲਾ ਜਿਹੜਾ ਮਿਲਿਆ ਸਾਨੂੰ, ਇਹ ਬਹੁਤ ਕੀਮਤੀ ਹੈ। ਸਤਿਗੁਰੂ ਦੀ ਬਾਣੀ ਦਾ ਵਿਚਾਰ ਜਿਹੜਾ ਇਹ ਸਾਗਰ ਸਾਨੂੰ ਸਮੁੰਦਰ ਮਿਲਿਆ, ਇਹੋ ਜਿਹਾ ਕਿਤੇ ਹੋਰ ਖਜ਼ਾਨਾ ਨਹੀਂ ਮਿਲ ਸਕਦਾ। ਇਸ ਕਰਕੇ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੁੜੀਏ, ਗੁਰੂ ਵਾਲੇ ਬਣਨਾ ਚਾਹੀਦਾ, ਤਾਂ ਸਾਡਾ ਇਹ ਜੀਵਨ ਜਿਹੜਾ ਹੈ ਸਫਲਾ ਹੋਵੇਗਾ। ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲੀਏ ਤਾਂ ਸਾਡਾ ਲੋਕ ਅਤੇ ਪਰਲੋਕ ਸੁਹੇਲਾ ਹੋਵੇਗਾ। ਲੇਖੈ ਕਿਤੇ ਨਾ ਛੁੱਟੀ ਹੈ, ਖਿਨ ਖਿਨ ਭੂਲਣ ਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਬੋਲਦਿਆਂ ਤੋਂ ਗੁਰਬਾਣੀ ਪੜ੍ਹਦਿਆਂ
ਵਿਚਾਰਾਂ ਕਰਦੇ ਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਨੇ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ ਹਾਰ ਉਹ ਬਖਸ਼ ਲੈਣਾ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਾਬਾ ਜਸਵਿੰਦਰ ਸਿੰਘ ਜੀ ਕਥਾਵਾਚਕ ਬਿਲਾਸਪੁਰ ਤੋਂ, ਜਿਨ੍ਹਾਂ ਨੇ ਮਹਾਂਪੁਰਖਾਂ ਦੇ ਜੀਵਨ ਸੰਬੰਧੀ ਵਿਚਾਰਾਂ ਸੁਣਾਈਆਂ, ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬਾਬਾ ਜੀਆਂ ਨੂੰ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਸਰੋਪੇ ਦੀ ਪ੍ਰਾਪਤੀ ਕਰਨ ਜੀ। ਬੋਲੇ ਸੋ ਨਿਹਾਲ।